ਬ੍ਰਿਗੇਡੀਅਰ ਹਰਵੰਤ ਸਿੰਘ ਆਉਣਗੇ ਜੀ, ਔਰ ਫਿਰ ਮੈਂ SR ਲੱਦਰ ਸਾਹਿਬ ਨੂੰ ਰਿਕੁਐਸਟ ਕਰਦਾ ਉਹ ਸਟੇਜ 'ਤੇ ਆ ਜਾਣਗੇ, ਬ੍ਰਿਗੇਡੀਅਰ ਇੰਦਰਮੋਹਨ ਸਿੰਘ ਆ ਜਾਣਗੇ ਅਤੇ ਡਾਕਟਰ BS ਭਾਟੀਆ ਨੇ। ਉਹਦੇ ਬਾਅਦ ਅਸੀਂ ਸ਼ਰਮਾ ਜੀ ਨੂੰ ਸੁਣਾਂਗੇ। ਮੈਂ ਸਾਰੇ ਬੁਲਾਰਿਆਂ ਨੂੰ ਫਿਰ ਇੱਕ ਵਾਰੀ ਰਿਕੁਐਸਟ ਕਰਨਾ ਕਿ ਗੁਸਤਾਖੀ ਮਾफ़ ਕਰਕੇ ਅਤੇ ਬਹੁਤ ਸੰਖੇਪ 'ਚ ਆਪਣੀ ਗੱਲ ਕਰਨ। ਬ੍ਰਿਗੇਡੀਅਰ ਹਰਵੰਤ ਸਿੰਘ। Honorable Judge Saab, Chairman of the Forum Saab, मंच पे बैठे other dignitaries और ladies and gentlemen, ये ਜਿਹੜੇ ਕਾਨੂੰਨ ਨੇ ਇਹਨਾਂ ਬਾਰੇ ਬਹੁਤ ਕੁਝ ਡਿਸਕਸ ਕੀਤਾ ਗਿਆ ਹੈ। ਕਿਸਾਨਾਂ ਦਾ ਅੰਦੋਲਨ ਜਾਂ ਪ੍ਰੋਟੈਸਟ ਪਿਛਲੇ 6 ਮਹੀਨਿਆਂ ਤੋਂ ਚੱਲ ਰਿਹਾ ਹੈ ਔਰ ਸਾਰਿਆਂ ਨੂੰ ਸਭ ਚੀਜ਼ਾਂ ਦਾ ਪਤਾ ਹੈ। ਕਿਸਾਨਾਂ 'ਤੇ ਕੀ ਅਸਰ ਹੋਏਗਾ, ਕੰਜ਼ੂਮਰ 'ਤੇ ਕੀ ਅਸਰ ਹੋਏਗਾ, ਬਾਕੀ 'ਤੇ ਕੀ ਅਸਰ ਹੋਏਗਾ, ਸਾਰਾ ਡਿਸਕਸ ਕੀਤਾ ਗਿਆ। ਮੈਂ ਸਿਰਫ ਇੱਕ ਪੁਆਇੰਟ ਸ਼ੇਅਰ ਕਰਨਾ ਤੁਹਾਡੇ ਨਾਲ ਕਿ ਇਹਦਾ ਨੈਸ਼ਨਲ ਸਿਕਿਉਰਿਟੀ ਦੇ ਉੱਤੇ ਕੀ ਅਸਰ ਪਏਗਾ। ਇੱਕ ਫੌਜੀ ਦਾ ਜੋ ਟਰੈਵਲ ਹੁੰਦਾ ਹੈ ਉਹ ਸਟਾਰਟ ਹੁੰਦਾ ਫਾਰਮਸ ਟੂ ਆਰਮਸ ਐਂਡ ਬੈਕ ਟੂ ਫਾਰਮਸ। ਸਾਡੇ ਵਰਗੇ ਜਿਹੜੇ ਸ਼ਹਿਰਾਂ ਵਿੱਚ ਆ ਗਏ, ਸਾਡੇ ਦਿਲ ਅਜੇ ਵੀ ਫਾਰਮ ਦੇ ਵਿੱਚ ਨੇ। ਅਤੇ ਜੇ ਫਾਰਮਸ ਇਸ ਬਿਲਾਂ ਕਰਕੇ ਪੋਪਰਾਈਜ਼ ਹੋ ਜਾਂਦੇ ਹੈ ਅਤੇ ਉਹਨਾਂ ਦੇ ਬੱਚੇ ਜਿਹੜੇ ਫੌਜ 'ਚ ਜਾਂਦੇ ਹੈ ਉਹਨਾਂ ਦੇ ਉੱਤੇ ਅਸਰ ਹੋਣਾ ਲਾਜ਼ਮੀ ਹੈ, ਕਿਉਂਕਿ ਅਨਫੋਰਚੂਨੇਟਲੀ ਇੰਡੀਆ ਵਿੱਚ ਪੈਟਰੋਟਿਜ਼ਮ ਇਜ਼ ਦਾ ਪ੍ਰਜ਼ਰਵ ਆਫ ਦਾ ਪੂਅਰ। ਫੌਜ ਦੇ ਵਿੱਚ ਸਿਰਫ ਗਰੀਬ ਲੋਕ ਔਰ ਉਹ ਵੀ 90% ਤੋਂ ਵੱਧ ਕਿਸਾਨਾਂ ਦੇ ਬੱਚੇ ਜਾਂਦੇ ਹੈ। ਸ਼ਹਿਰਾਂ ਦੇ ਬਹੁਤ ਘੱਟ ਜਾਂਦੇ ਹੈ, ਹੋਰ ਕਿਸੇ ਦੇ ਨਹੀਂ ਜਾਂਦੇ। ਵੈਸਟ ਦੀ ਤਰ੍ਹਾਂ ਐਰਿਸਟੋਕ੍ਰੇਸੀ ਤੋਂ ਨਹੀਂ ਜਾਂਦੇ, ਸਿਰਫ ਉਹੀ ਜਾਂਦੇ ਆ ਜਿਹੜੇ ਪੂਅਰ ਫੈਮਲੀਜ਼ ਨੂੰ ਬਿਲੋਂਗ ਕਰਦੇ ਨੇ। ਹੁਣ ਇਹ ਫਾਰਮਸ ਲਾ ਜਦੋਂ ਲਾਗੂ ਹੋ ਜਾਣਗੇ, ਮੈਨੂੰ ਪੂਰੀ ਗਰੰਟੀ ਹੈ ਕਿ ਇਹ ਰਿਪੀਲ ਹੋ ਜਾਣਗੇ। ਪਰ ਇਮੈਜਨ ਕਰੋ ਜੇ ਲਾਗੂ ਹੁੰਦੇ ਹੈ ਤਾਂ ਕੀ ਹੋਏਗਾ ਕਿ ਸਾਡੀ ਜੋ ਕਿਸਾਨੀ ਹੈ ਉਹ ਗਰੀਬ ਹੋਰ ਹੋ ਜਾਏਗੀ, ਉਹਨਾਂ ਦੇ ਬੱਚੇ ਹੋਰ ਜ਼ਿਆਦਾ ਗਰੀਬ ਹੋਣਗੇ। ਇੱਕ ਸੇਇੰਗ ਹੈ, ਅ ਸੋਲਜਰ ਕੈਨ ਓਨਲੀ ਫਾਈਟ ਇਫ ਹਿਜ਼ ਮਾਈਂਡ ਇਜ਼ ਐਟ ਪੀਸ। ਜਿਹੜਾ ਬੰਦਾ ਬਾਰਡਰ ਦੇ ਉੱਤੇ ਬੈਠਾ ਹੈ ਤਾਂ ਉਹਦਾ ਫਿਕਰ ਦਿਮਾਗ ਉਹਦਾ ਆਪਣੇ ਘਰ, ਆਪਣੇ ਪਿਤਾ ਦੀ, ਆਪਣੇ ਭਰਾ ਦੀ ਪ੍ਰੋਬਲਮ ਦੇ ਨਾਲ ਉਲਝਿਆ ਹੋਇਆ ਹੈ, ਉਹ ਦੁਸ਼ਮਣ ਦੇ ਉੱਤੇ ਕੰਸਨਟਰੇਟ ਨਹੀਂ ਕਰ ਸਕਦਾ। ਉਹਦੇ ਨਾਲ ਕੀ ਹੋਏਗਾ ਕਿ ਸਾਡੀ ਜਿਹੜੀਆਂ ਫੌਜਾਂ ਬਾਰਡਰ ਦੇ ਉੱਤੇ ਹੋਣਗੀਆਂ ਉਹ ਪਿੱਛੇ ਜ਼ਿਆਦਾ ਦੇਖਣਗੀਆਂ ਆਪਣੇ ਘਰਾਂ ਵੱਲ, ਦੁਸ਼ਮਣ ਵੱਲ ਵੱਧ ਦੇਖਣੀਆਂ ਘੱਟ ਅਤੇ ਦੁਸ਼ਮਣ ਆਪਣੇ ਪਿੱਛੇ ਦੇਖਣੀਆਂ ਜ਼ਿਆਦਾ। ਇਸ ਕਰਕੇ ਉਹਨਾਂ ਦਾ ਪੀਸ ਆਫ ਮਾਈਂਡ ਬਣਾਉਣ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਰੀਜ਼ਨੇਬਲ ਪ੍ਰੋਸਪੈਰਿਟੀ ਹੋਵੇ। ਮੈਂ ਇਹ ਨਹੀਂ ਕਹਿਣਾ ਕਿ ਉਹ ਅਫਲੂਐਂਟ ਹੋਣ, ਉਹਨਾਂ ਦਾ ਰੀਜ਼ਨੇਬਲ ਹੋਵੇ ਤਾਂ ਕਿ ਉਹ ਡੀਲਿੰਕ ਕਰ ਸਕਣ ਆਪਣੇ ਪਿੱਛੇ ਤੋਂ ਔਰ ਉਹ ਦੇਖਣ ਅੱਗੇ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰੀ ਨੇ ਕਿ ਇਹ ਲਾਅ ਰਿਪੀਲ ਹੋਣ ਤਾਂ ਕਿ ਕਿਸਾਨਾਂ ਦੀ ਹਾਲਤ ਹੋਰ ਬਦਤਰ ਨਾ ਹੋਵੇ, ਉਹਨਾਂ ਦੇ ਜ਼ਿਮੀਂਦਾਰਾਂ ਦੀ ਫਿਕਰ ਨਾ ਹੋਵੇ, ਉਹਨਾਂ ਨੂੰ ਆਪਣੇ ਰੁਜ਼ਗਾਰ ਦੀ ਫਿਕਰ ਨਾ ਹੋਵੇ। ਔਰ ਦੂਜੀ ਚੀਜ਼ ਮੈਂ ਇੱਕ ਹੋਰ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ, ਕਿਉਂਕਿ ਬਹੁਤ ਬਿਗ ਥਿੰਕ ਟੈਂਕ ਹੈ, ਇੰਟਲੈਕਚੁਅਲਸ ਨੇ। ਜੇ ਇਹ ਸਾਰੇ ਫਾਰਮਸ ਲਾ ਰਿਪੀਲ ਹੋ ਜਾਂਦੇ ਨੇ, ਜਿਹੜੀਆਂ ਸੁਜੈਸ਼ਨਾਂ ਅੱਜ ਤੱਕ ਆਈਆਂ ਨੇ ਉਹ ਲਾਗੂ ਹੋ ਜਾਂਦੇ ਨੇ, ਕੀ ਪ੍ਰੋਬਲਮ ਦੀ ਕਿਸਾਨਾਂ ਦੀ ਪ੍ਰੋਬਲਮ ਸਾਲਵ ਹੋ ਜਾਣਗੀਆਂ? ਨੋ। ਮੇਰੇ ਹਿਸਾਬ ਨਾਲ, ਆਮ ਸੌਰੀ ਆਮ ਡਾਇਗਰੈਸਿੰਗ ਸਰ, ਮੇਰੇ ਹਿਸਾਬ ਨਾਲ the biggest problem of farmers is their land holdings are not viable. 1995-96 ਦੇ ਨੇੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਸਟੱਡੀ ਕੀਤੀ ਸੀ, ਜਿਹਦੇ 'ਚ ਉਹਨਾਂ ਨੇ ਕੱਢਿਆ ਸੀ ਰਿਜ਼ਲਟ ਕਿ ਜਿਹੜੇ ਕਿਸਾਨ ਕੋਲ ਚੰਗੀ ਸੋਲਿਡ ਜ਼ਮੀਨ, ਜਿਹਦੇ 'ਚ ਜ਼ਮੀਨ ਦੀ ਕੁਆਲਿਟੀ ਚੰਗੀ ਹੋਵੇ, ਜ਼ਮੀਨ 'ਚ ਪਾਣੀ ਲੱਗਦਾ ਹੋਵੇ, ਜ਼ਮੀਨ ਦੀਆਂ ਸਾਰੀਆਂ ਫੈਸਿਲਿਟੀਜ਼ ਹੋਣ, ਮਾਰਕੀਟਿੰਗ ਫੈਸਿਲਿਟੀਜ਼ ਹੋਵੇ, ਜਿਹੜੇ ਬੰਦੇ ਕੋਲ 14 ਏਕੜ ਤੋਂ ਘੱਟ ਜ਼ਮੀਨ ਹੈ ਉਹ ਬੰਦੇ ਦੀ ਐਗਰੀਕਲਚਰ ਵਾਇਬਲ ਨਹੀਂ ਹੈ। ਹੁਣ ਤੁਸੀਂ ਖੁਦ ਸੋਚ ਸਕਦੇ ਹੋ ਪੰਜਾਬ ਦੇ ਵਿੱਚ ਕਿੰਨੇ ਬੰਦੇ ਨੇ ਜਿਨ੍ਹਾਂ ਦੀ 14 ਸਟੈਂਡਰਡ ਏਕੜ ਹੈ ਜਾਂ 14 ਏਕੜ ਹੈ ਜਿਹਨੂੰ ਅਸੀਂ ਸਟੈਂਡਰਡ ਕਹਿ ਸਕਦੇ ਹਾਂ, ਪਾਣੀ ਵੀ ਹੋਵੇ, ਸਭ ਕੁਛ ਹੋਵੇ, ਜ਼ਮੀਨ, ਉਹ ਬਹੁਤ ਘੱਟ ਹੈ। ਸਾਡੇ ਕੋਲ ਦੱਸਿਆ ਜਾਂਦਾ ਹੈ ਕਿ ਤਕਰੀਬਨ 2.5-3 ਏਕੜ ਜ਼ਮੀਨ ਹੈ। 2.5-3 ਏਕੜ ਤੋਂ ਤੁਸੀਂ ਕੀ ਕੱਢ ਲਓਗੇ? ਸੋ ਮੇਰੇ ਹਿਸਾਬ ਨਾਲ ਇਹ ਮੋਰਚਾ ਜਿੱਤਣ ਤੋਂ ਬਾਅਦ ਸਾਨੂੰ ਇੱਕ ਹੋਰ ਮੋਰਚਾ ਲਾਉਣਾ ਪਵੇਗਾ ਕਿ ਇੱਥੇ ਮੈਸਿਵ ਇੰਡਸਟਰੀਲਾਈਜੇਸ਼ਨ ਹੋਵੇ
ਤਾਂ ਕਿ ਕਿਸਾਨ ਸਿਰਫ ਆਪਣੇ 2.5 ਏਕੜ 'ਤੇ ਡਿਪੈਂਡ ਨਾ ਕਰੇ, ਉਹ ਉਹਦੇ ਵਾਸਤੇ ਹੋਰ ਆਪਸ਼ਨਸ ਹੋਣ ਉਹਦੇ ਬੱਚਿਆਂ ਵਾਸਤੇ, ਤਾਂ ਕਿ ਉਹਦੀ ਇਨਕਮ 'ਚ ਵਾਧਾ ਹੋਵੇ। ਨਹੀਂ ਤੇ ਜਿਸ ਤਰ੍ਹਾਂ ਪਹਿਲਾਂ ਹਾਈਲਾਈਟ ਕੀਤਾ ਗਿਆ, ਇਹ ਇੱਕ ਲਾਲੈਸਨੈਸ ਅਤੇ ਵਾਇਲੈਂਸ ਇਨ ਇਕੋਨਮੀ ਸੋਸਾਇਟੀ ਹੋ ਸਕਦਾ ਹੈ। ਜੇ ਵਾਇਲੈਂਸ ਹੁੰਦਾ ਸੋਸਾਇਟੀ ਦੇ ਵਿੱਚ ਅਤੇ ਲਾਲੈਸਨੈਸ ਹੁੰਦੀ ਹੈ, ਉਹਦਾ ਅਸਰ ਵੀ ਨੈਸ਼ਨਲ ਸਿਕਿਉਰਿਟੀ ਦੇ ਉੱਤੇ ਪੈਂਦਾ, ਕਿਉਂਕਿ ਇੰਟਰਨਲ ਸਿਕਿਉਰਿਟੀ ਵੀਕ ਹੋ ਜਾਂਦੀ ਹੈ। ਜੇ ਇੰਟਰਨਲ ਸਿਕਿਉਰਿਟੀ ਵੀਕ ਹੁੰਦੀ ਹੈ ਤਾਂ ਐਕਸਟਰਨਲ ਸਿਕਿਉਰਿਟੀ ਆਟੋਮੈਟਿਕ ਵੀਕ ਹੁੰਦੀ ਹੈ। ਹੁਣ ਸਵਾਲ ਨੂੰ ਪੈਣਾ ਹੁੰਦਾ ਕਿ ਅਸੀਂ ਕੀ ਕਰੀਏ। ਮੈਂ ਵੱਡੀਆਂ ਗੱਲਾਂ ਨਹੀਂ ਕਹੂੰਗਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹਾਈ ਮਾਈਕਰੋ ਲੈਵਲ 'ਤੇ ਕੀ ਕਰਨਾ ਹੈ। ਮੈਂ ਤਾਂ ਇਹ ਕਰਨਾ, ਆਈ ਆਲਵੇਜ਼ ਸੇ ਕਿ ਇਟ ਇਜ਼ ਵੈਰੀ ਈਜ਼ੀ ਟੂ ਸੇ ਵੀ ਸ਼ੁੱਡ, ਇਟ ਇਜ਼ ਵੈਰੀ ਡਿਫੀਕਲਟ ਟੂ ਸੇ ਆਈ ਵਿਲ। ਸੋ ਵਟ ਵੀ ਕੈਨ ਸੇ ਕਿ ਅਸੀਂ ਆਪਣੇ ਲੈਵਲ 'ਤੇ, ਸਾਡਾ ਸਾਰਿਆਂ ਦਾ ਪੂਰੇ ਇੰਡੀਆ ਦੇ ਵਿੱਚ ਲਿੰਕੇਜਸ ਨੇ ਫਾਰਚੂਨੇਟਲੀ ਸੋਸ਼ਲ ਮੀਡੀਆ ਉੱਤੇ, ਅਸੀਂ ਇੰਨਾ ਪ੍ਰਚਾਰ ਕਰੀਏ ਕਿਸਾਨਾਂ ਦਾ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਸਾਰੀ ਹਿੰਦੁਸਤਾਨ ਕਿਸਾਨਾਂ ਦੇ ਨਾਲ ਹੈ। ਕਿਉਂਕਿ ਜਿਹੜਾ ਸਾਡਾ ਫਾਰਮਲ ਮੀਡੀਆ ਹੈ ਉਹ ਬਿਲਕੁਲ ਕਿਸਾਨਾਂ ਨੂੰ ਬਲੈਕ ਆਊਟ ਕਰ ਰਿਹਾ ਆਲਮੋਸਟ। ਕੱਲ੍ਹ ਬੰਗਾਲ ਦੇ ਵਿੱਚ ਕਿਸਾਨਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ, ਉਹਦਾ ਕਿਤੇ ਨਹੀਂ ਆਇਆ ਸਿਵਾਏ ਸੋਸ਼ਲ ਮੀਡੀਆ 'ਤੇ। ਤਾਂ ਇਸ ਕਰਕੇ ਅਸੀਂ ਜਦੋਂ ਇੱਥੋਂ ਜਾਈਏ, ਅਸੀਂ ਇਹ ਫੈਸਲਾ ਕਰੀਏ ਕਿ ਅਸੀਂ ਡੇਲੀ ਜ਼ਿਆਦਾ ਤੋਂ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਕਿਸਾਨਾਂ ਦੇ ਕਾਜ਼ ਨੂੰ ਪ੍ਰੋਪੋਗੇਟ ਕਰੀਏ, ਔਰ ਤਾਂ ਕਿ ਇਹ ਇੱਕ ਕਿਸਮ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਅੰਦੋਲਨ ਹੋਰ ਵਧੇ। ਐਟ ਦਾ ਮੂਮੈਂਟ ਪਰਸੈਪਸ਼ਨ ਇਹ ਹੈ ਕਿ ਪੰਜਾਬ, ਹਰਿਆਣਾ ਅਤੇ ਵੈਸਟਰਨ ਯੂਪੀ ਵਿੱਚ ਤੇਜ਼ ਹੈ, ਬਾਕੀਆਂ 'ਚ ਹੋਰ ਕਰਨ ਦੀ ਲੋੜ ਹੈ। ਤਾਂ ਹੋਰ ਕਰਨ ਵਾਸਤੇ ਇਹਨੂੰ ਜ਼ਿਆਦਾ ਵਧਾਉਣਾ ਪੈਂਦਾ। ਨੈਕਸਟ ਜਿਹੜਾ ਅਸੀਂ ਕਰ ਸਕਦੇ ਹਾਂ, ਅਸੀਂ ਪ੍ਰੋਪੋਗੇਟ ਕਰੀਏ ਕਿ ਜਿਹੜਾ ਸਾਡੇ ਲਾ ਮੇਕਰਸ ਨੇ, ਉਹਨਾਂ ਨੇ ਸਾਨੂੰ ਕਿਉਂ ਪ੍ਰੋਟੈਕਸ਼ਨ ਨਹੀਂ ਦਿੱਤੀ ਅਗੇਂਸਟ ਦੀਜ਼ ਲਾਸ। ਉਹਨਾਂ ਦੇ ਘਰਾਂ ਦੇ ਅੱਗੇ ਧਰਨੇ ਹੋਣੇ ਚਾਹੀਦੇ ਨੇ, ਉਹਨਾਂ ਨੂੰ ਮਜਬੂਰ ਕਰਨਾ ਚਾਹੀਦਾ ਹੈ ਤਾਂ ਕਿ ਉਹ ਕਿਸਾਨਾਂ ਦੇ ਇਲਾਵਾ ਆਪਣੇ ਲੈਵਲ ਦੇ ਉੱਤੇ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਪਾਉਣ ਤਾਂ ਕਿ ਇਹ ਤਿੰਨੇ ਰਾਹ ਕਾਨੂੰਨ ਰਿਪੀਲ ਹੋਣ। ਫਿਰ ਮੇਰੀ ਪੂਰੀ ਗਰੰਟੀ ਹੈ, ਕਿਉਂਕਿ ਮੋਰਚਾ ਆਲਮੋਸਟ ਜਿੱਤਿਆ ਜਾ ਚੁੱਕਾ ਹੈ, ਸਿਰਫ ਫਾਰਮੈਲਿਟੀ ਦੀ ਲੋੜ ਹੈ। ਇਹ ਕਿਸਾਨ ਜਿੱਤਣਗੇ ਜੈਸੇ ਪਹਿਲਾਂ ਜਿੱਤੇ ਨੇ। ਟਾਈਮ ਬਹੁਤ ਹੋ ਚੁੱਕਾ ਹੈ, ਮੈਂ ਹੋਰ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ। ਥੈਂਕ ਯੂ ਵੈਰੀ ਮਚ। ਮੈਂ ਗੁਜ਼ਾਰਿਸ਼ ਕਰ ਰਿਹਾ ਜੀ SR ਲੱਦੜ ਸਾਹਿਬ ਨੂੰ, ਬੜੇ ਸੀਨੀਅਰ ਬਿਊਰੋਕਰੇਟ ਨੇ, ਲਿਖਾਰੀ ਵੀ ਨੇ ਜੀ। ਉਹਨਾਂ ਦੀ ਕਿਤਾਬ ਆਈ ਹੈ ਸ਼ੇਰਨੀ ਦਾ ਦੁੱਧ, ਅਤੇ ਮੇਰੀ ਗਰਜ਼ ਇਹਦੇ 'ਚ ਇਹ ਹੈ ਕਿ ਉਹਨਾਂ ਨੂੰ ਕੁਝੇ 'ਚ ਦਰਿਆ ਬੰਦ ਕਰਨਾ ਆਉਂਦਾ ਹੈ, ਬਹੁਤ ਸੰਖੇਪ 'ਚ ਗੱਲ ਕਰਨਗੇ। ਬਹੁਤ ਬਹੁਤ ਧੰਨਵਾਦ। ਮੈਂ ਤਾਂ ਪਹਿਲਾਂ ਹੀ ਮੇਨ ਸਟੇਜ ਦੀ ਬਜਾਏ ਸਾਹਮਣੇ ਬੈਠ ਗਿਆ ਸੀਗਾ ਤਾਂ ਕਿ ਸਟੇਜ ਦੇ ਉੱਤੇ ਭੀੜ ਨਾ ਪਵੇ। ਬਹੁਤ ਹੀ ਸਤਿਕਾਰਯੋਗ ਸਟੇਜ 'ਤੇ ਮਹਿਮਾਨ ਔਰ ਭੈਣੋ ਅਤੇ ਵੀਰੋ, ਅੱਜ ਦਾ ਜੋ ਸੈਮੀਨਾਰ ਕਿਰਤੀ ਕਿਸਾਨ ਅੰਦੋਲਨ, ਚੁਣੌਤੀਆਂ ਅਤੇ ਸੰਭਾਵਨਾਵਾਂ, ਮੈਂ ਜਦੋਂ ਦਾ ਸ਼ੁਰੂ ਹੋਇਆ ਮੈਂ ਸੁਣ ਰਿਹਾ ਸੀਗਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨ ਵੀਰ ਪੰਜਾਬ ਤੋਂ, ਫਿਰ ਹਰਿਆਣਾ, ਯੂਪੀ, ਬਹੁਤ ਸਾਰੇ ਦੂਜੇ ਸਟੇਟਾਂ ਤੋਂ ਵੀ ਜਦੋਂ ਦਿੱਲੀ ਦੇ ਬਾਰਡਰਾਂ 'ਤੇ ਆਏ ਆ, ਤਾਂ ਉਹਨਾਂ ਦੇ ਨਾਲ ਹੌਲੀ ਹੌਲੀ ਜਿਹੜਾ ਮਜ਼ਦੂਰ ਹੈ ਉਹ ਵੀ ਨਾਲ ਆ ਗਿਆ, ਔਰ ਇਹ ਕਿਰਤੀ ਕਿਸਾਨ ਅੰਦੋਲਨ ਬਣ ਗਿਆ, ਮਜ਼ਦੂਰ ਕਿਸਾਨ ਅੰਦੋਲਨ ਬਣ ਗਿਆ, ਰਾਦਰ ਜਨ ਅੰਦੋਲਨ ਬਣ ਗਿਆ। ਸੋ ਅਸੀਂ ਜਦੋਂ ਕਿਸਾਨ ਦੀ ਗੱਲ ਕਰਨੀ ਹੈ ਤਾਂ ਮੈਂ ਸਮਝਦਾ ਕਿ ਇਹ ਜਿਵੇਂ ਇੱਥੇ ਵੀ ਆਪਾਂ ਇਸ ਸੈਮੀਨਾਰ ਦੇ ਵਿੱਚ ਵੀ ਗੱਲ ਕਰ ਰਹੇ ਹਾਂ, ਤਾਂ ਆਪਾਂ ਕਿਸਾਨ 'ਤੇ ਕੰਸਨਟਰੇਟ ਕਰ ਰਹੇ ਹਾਂ, ਕਿਰਤੀ ਦੀ ਗੱਲ ਨਹੀਂ ਕਰ ਰਹੇ। ਕਿਰਤੀ ਸਿਰਫ ਆਪਾਂ ਜਿਵੇਂ ਨਾਅਰਾ ਲਾਇਆ ਕਿ ਉਹਨਾਂ ਦੀ ਲੋੜ ਹੈ ਕਿ ਸਾਡੇ ਨਾਲ ਲੱਗ ਜਾਣ, ਗਿਣਤੀ ਵੱਧ ਜਾਵੇ, ਤਾਂ ਉਹਨਾਂ ਦੀ ਗੱਲ ਤਾਂ ਕੋਈ ਨਹੀਂ ਕਰ ਰਿਹਾ। ਸੋ ਮੈਂ ਇੱਥੇ ਤੁਹਾਨੂੰ ਬੇਨਤੀ ਕਰਾਂਗਾ ਕਿ ਜਦੋਂ ਅਸੀਂ ਕਿਸਾਨ ਦੀ ਗੱਲ ਕਰਨੀ ਹੈ ਤਾਂ ਉਹ ਲੋਕੀ ਜਿਹੜੇ ਜਿਨ੍ਹਾਂ ਨੂੰ ਲੋੜ ਹੈ ਕਿਸਾਨਾਂ ਦਾ ਅੰਦੋਲਨ ਦਾ ਸਾਥ ਦੇਣ ਦੀ, ਉਹਨਾਂ ਦੀ ਗੱਲ ਵੀ ਹੋਵੇ। ਮੈਂ ਇੱਥੇ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਕਰਾਂਗਾ। ਉਹਨਾਂ ਕਿਹਾ ਸੀ, ਜ਼ੁਲਮ ਇਤਨਾ ਬੁਰਾ ਨਹੀਂ ਜਿਤਨੀ ਬੁਰੀ ਖਾਮੋਸ਼ੀ ਹੈ, ਜ਼ੁਲਮ इतना बुरा नहीं जितनी बुरी खामोशी है, बोलना सीखो वरना पीढ़ियाँ गूंगी हो जाएंगी। किसान भी बोलता है, मजदूर भी बोलता है, तो आपां उन्हां दा साथ देना है। मैं बाबा साहब अंबेडकर दे शब्द तुहाडे नाल साझे करना चाहना। उन्होंने एक बारी बॉम्बे, जो हुण मुंबई कहा जाता है, बॉम्बे असैंबली दे विच बोलदिआं कहा सी, डॉक्टर अंबेडकर मेड हिज ओन लॉयल्टीज़ वेरी क्लीयर
wherever there is any conflict of interest between the country and the untouchables. So far as I am concerned, the untouchable interest will take precedence. Untouchable interest will take precedence over the interest of the country. Whereas ਜਦੋਂ ਕਦੇ ਉਹ ਕਿਹਨਾਂ ਨੇ ਕਿਹਾ ਕਿ ਜੇ ਮੇਰੇ ਤੇ ਮੇਰੇ ਦੇਸ਼ ਦੇ ਇੰਟਰਸਟ ਦੇ ਵਿੱਚ ਕੋਈ ਕਨਫਲਿਕਟ ਆਏਗਾ ਤਾਂ ਮੇਰਾ ਦੇਸ਼ ਪਹਿਲਾਂ ਆਏਗਾ, ਲੇਕਿਨ ਮੇਰੇ ਅਨਟੱਚੇਬਲ ਭਰਾਵਾਂ ਦੇ ਵਿੱਚ ਔਰ ਦੇਸ਼ ਦੇ ਵਿੱਚ ਅਗਰ ਕਨਫਲਿਕਟ ਆਏਗਾ ਤਾਂ ਮੇਰੇ ਅਨਟੱਚੇਬਲ ਭਰਾ ਦੇ ਵੁੱਡ ਗੈਟ ਪ੍ਰੈਸੀਡੈਂਸ। ਸੋ ਇੰਨੇ ਉਹਨਾਂ ਦਾ ਲਗਾਵ ਸੀ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਹਾਂ। ਜਿੱਥੇ ਕਿਸਾਨੀ ਦੇ 3 ਕਾਨੂੰਨ ਪਾਸ ਹੋਏ ਆ ਔਰ ਬੜੇ ਸਾਡੇ 200 ਕਿਸਾਨਾਂ ਦੀ ਉੱਥੇ ਸ਼ਹਾਦਤ ਹੋ ਚੁੱਕੀ ਹੈ, ਉਹਦੇ ਨਾਲ ਨਾਲ ਜਿਹੜੇ ਕੇਂਦਰ ਸਰਕਾਰ ਨੇ ਕਾਨੂੰਨ ਕਿਰਤੀਆਂ ਬਾਰੇ ਪਾਸ ਕੀਤੇ ਆ, ਲੇਬਰ ਬਾਰੇ ਪਾਸ ਕੀਤੇ ਆ, ਮੈਂ ਬਰੀਫਲੀ ਉਹਨਾਂ ਦੀ ਗੱਲ ਕਰਨਾ ਚਾਹਾਂਗਾ। ਮੈਂ 4-5 ਮਿੰਟ ਤੋਂ ਵੱਧ ਨਹੀਂ ਲਵਾਂਗਾ ਕਿਉਂਕਿ ਟਾਈਮ ਦੀ ਸ਼ਾਰਟੇਜ ਹੈ। ਮਿਨੀਮਮ ਵੇਜਸ ਐਕਟ ਇਹ ਪਾਸ, ਇਹਨੂੰ ਅਮੈਂਡ ਕੀਤਾ ਗਿਆ। ਪਹਿਲਾਂ ਸੀਗਾ ਕਿ ਵੀਕਲੀ ਹੌਲੀਡੇ ਮਿਲਦੀ ਸੀਗੀ ਤੇ ਆਪਣਾ ਮਿਨੀਮਮ ਵੇਜਸ ਵੀ ਦਿੱਤੇ ਜਾਂਦੇ ਸੀਗੇ ਮੰਥਲੀ। ਹੁਣ ਇਹ ਅਮੈਂਡ ਕਰਤਾ ਤੇ ਆਵਰਲੀ ਵੇਜਸ ਹੋਣਗੀਆਂ ਤੇ ਕੋਈ ਵੀਕਲੀ ਹੌਲੀਡੇ ਨਹੀਂ ਹੋਏਗੀ। ਹਫਤਾਵਾਰ ਜਿਹੜੀ ਹੌਲੀਡੇ ਆ ਉਹ ਖਤਮ ਹੋ ਗਈ ਹੈ। ਸ਼ਾਪ ਐਸਟੈਬਲਿਸ਼ਮੈਂਟ ਐਕਟ ਅਮੈਂਡ ਕਰਤਾ ਗਿਆ, ਜਿਹਦੇ ਵਿੱਚ ਪਹਿਲਾਂ 8 ਵਜੇ ਸਵੇਰੇ ਤੋਂ ਲੈ ਕੇ 8 ਵਜੇ ਸ਼ਾਮ ਤੱਕ 12 ਘੰਟੇ ਡਿਊਟੀ ਹੁੰਦੀ ਸੀ, ਪਰ ਹੁਣ ਇਹਨੂੰ ਅਮੈਂਡ ਕਰਕੇ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਦਾ ਟਾਈਮ ਕਰਤਾ ਗਿਆ। 18 ਘੰਟੇ ਡਿਊਟੀ ਲਈ ਜਾ ਸਕਦੀ ਹੈ। ਪਹਿਲਾਂ ਪੇਮੈਂਟ ਆਫ ਵੇਜਸ ਐਕਟ ਜਿਹੜਾ ਹੈਗਾ ਕਿ ਹਰ 7ਵੇਂ ਦਿਨ ਮਹੀਨੇ ਦੇ 7ਵੀਂ ਤਰੀਕ ਤੱਕ ਤਨਖਾਹ ਦੇਣੀ ਜ਼ਰੂਰੀ ਸੀ, ਹੁਣ ਕੋਈ ਡੇਟ ਫਿਕਸ ਨਹੀਂ ਕਰ ਦਿੱਤੀ। ਨਵਾਂ ਐਕਟ ਜਿਹੜਾ ਅਮੈਂਡ ਹੋਇਆ ਉਹਦੇ ਮੁਤਾਬਕ। ਫਿਰ ਆ ਗਿਆ ਕਿ ਕੰਟਰੈਕਟ ਲੇਬਰ ਐਕਟ ਅਮੈਂਡ ਹੋਇਆ। ਪਹਿਲਾਂ ਜਿਹੜੇ ਆਪਣੇ ਲਾਇਸੈਂਸ ਚਾਹੀਦਾ ਸੀ 20 ਜਾਂ ਜ਼ਿਆਦਾ ਜਿੱਥੇ ਲੇਬਰ ਐਮਪਲਾਇਡ ਸੀ, ਲਾਇਸੈਂਸ ਚਾਹੀਦਾ ਸੀ, ਗਵਰਨਮੈਂਟ ਤੋਂ ਪਰਮਿਸ਼ਨ ਚਾਹੀਦੀ ਸੀ, ਹੁਣ ਉਹ ਅਮੈਂਡ ਕਰਕੇ 50 ਦੇ ਉੱਤੇ ਕਰਤਾ ਕਿ ਜੇ 50 ਤੋਂ 49 ਹੈ ਤਾਂ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਲਾਇਸੈਂਸ ਲੈਣ ਦੀ। ਇਸੇ ਤਰ੍ਹਾਂ ਟ੍ਰੇਡ ਯੂਨੀਅਨ ਐਕਟ ਅਮੈਂਡ ਕਰ ਦਿੱਤਾ ਗਿਆ। ਪਹਿਲਾਂ 100 ਬੰਦਾ ਜੇ ਹੋਵੇ ਤਾਂ ਟ੍ਰੇਡ ਯੂਨੀਅਨ ਬਣ ਸਕਦੀ ਸੀ, ਹੁਣ ਇਹ ਆਪਣਾ ਚੇਂਜ ਕਰਕੇ 51% ਕਰਤਾ ਗਿਆ ਕਿ ਜੇ ਮਿਨੀਮਮ 51% ਲੋਕੀ ਸਹਿਮਤ ਹੋਣ ਤਾਂ ਟ੍ਰੇਡ ਯੂਨੀਅਨ ਬਣ ਸਕਦੀ ਹੈ। ਮੰਨ ਲਓ ਵੱਡੇ ਅਦਾਰੇ ਜਿਵੇਂ ਰੇਲਵੇ ਵਰਗੇ ਆ, ਜੇ 1 ਲੱਖ ਇੰਪਲਾਈ ਹੈ, ਜੇ 51,000 ਬੰਦਾ ਸਹਿਮਤ ਹੋਵੇ ਤਾਂ ਟ੍ਰੇਡ ਯੂਨੀਅਨ ਬਣ ਸਕਦੀ ਹੈ। ਇਹ ਸਾਰਾ ਅਮੈਂਡ ਕਰਤਾ ਗਿਆ। ਇੰਡਸਟਰੀਅਲ ਡਿਸਪਿਊਟ ਐਕਟ, ਇਹਦੇ ਵਿੱਚ ਇਹਦੇ ਮੁਤਾਬਕ 14 ਦਿਨ ਦਾ ਨੋਟਿਸ ਦੇਣਾ ਹੁੰਦਾ ਸੀ ਜੇ ਸਟ੍ਰਾਈਕ ਕਰਨੀ ਹੈ, ਹੁਣ ਇਹ ਦਿਨ 60 ਦਿਨ ਕਰ ਦਿੱਤੇ ਗਏ। 60 ਦਿਨ ਦਾ ਨੋਟਿਸ ਦੇਣਾ ਪਏਗਾ। 2 ਮਹੀਨੇ ਦੇ ਵਿੱਚ ਤੁਸੀਂ ਕਿਹਨੂੰ ਤੋੜ ਸਕਦੇ ਹੋ, ਮਤਲਬ ਸਟ੍ਰਾਈਕ ਆਲਮੋਸਟ ਇੰਪੋਸੀਬਲ ਕਰ ਦਿੱਤੀ ਗਈ ਹੈਗੀ ਹੈ। ਇਸੇ ਤਰ੍ਹਾਂ ਜਿਹੜਾ ਲੇਡੀਜ਼ ਦਾ ਸੀਗਾ ਇਕੁਅਲ ਰੀਮਨਰੇਸ਼ਨ ਐਕਟ, ਉਹ ਵੀ ਚੇਂਜ ਕਰਤਾ ਗਿਆ ਹੈਗਾ। ਪਹਿਲਾਂ ਸੀਗਾ ਕਿ ਪਨਿਸ਼ੇਬਲ ਸੀਗਾ ਟੂ ਇੰਪਲਾਈ ਵੂਮਨ ਇਨ ਨਾਈਟ ਸ਼ਿਫਟ, ਹੁਣ ਰਾਤ ਦੀਆਂ ਸ਼ਿਫਟਾਂ ਦੇ ਵਿੱਚ ਲੇਡੀਜ਼ ਨੂੰ ਇੰਪਲਾਈ ਕਰਨਾ ਕਾਨੂੰਨਨ ਸਹੀ ਕਰਾਰ ਦਿੱਤਾ ਗਿਆ ਹੈਗਾ। ਫਿਰ ਪ੍ਰੋਵੀਡੈਂਟ ਫੰਡ ਸੀਗਾ, ਪਹਿਲਾਂ ਇੰਪਲਾਇਰ 25% ਲੇਬਰ ਦਾ ਪ੍ਰੋਵੀਡੈਂਟ ਫੰਡ ਦਿੰਦਾ ਸੀਗਾ, ਹੁਣ ਉਹਨੂੰ ਘਟਾ ਕੇ 10% ਕਰ ਦਿੱਤਾ ਗਿਆ। ਪਹਿਲਾਂ ਪ੍ਰੋਵੀਡੈਂਟ ਫੰਡ ਤੇ 9% ਇੰਟਰਸਟ ਮਿਲਦਾ ਸੀ, ਉਹ ਘਟਾ ਕੇ 6.65% ਕਰ ਦਿੱਤਾ ਗਿਆ। ਇਸੇ ਤਰ੍ਹਾਂ ਪਹਿਲਾਂ ਪੈਨਸ਼ਨ ਦਾ ਪ੍ਰੋਵੀਜ਼ਨ ਸੀਗਾ, ਹੁਣ ਪੈਨਸ਼ਨ ਖਤਮ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਪੇਮੈਂਟ ਆਫ ਗ੍ਰੈਚੁਟੀ ਐਕਟ ਸੀਗਾ ਕਿ ਰਿਟਾਇਰਮੈਂਟ ਦੇ ਉੱਤੇ ਹਰ ਕੰਪਲੀਟਡ ਸਾਲ ਦਾ 15 ਦਿਨ ਦੀ ਤਨਖਾਹ ਮਿਲਦੀ ਸੀ। ਹਰ ਜੇ 30 ਸਾਲ ਨੌਕਰੀ ਕੀਤੀ ਤਾਂ 15 ਦਿਨ 450 ਦਿਨ ਦੀ ਸੈਲਰੀ ਮਿਲਦੀ ਸੀ, ਹੁਣ ਉਹ ਅਬੋਲਿਸ਼ ਕਰ ਦਿੱਤਾ ਗਿਆ ਹੈਗਾ। ਬੋਨਸ ਇਸੇ ਤਰ੍ਹਾਂ ਮਿਲਦਾ ਸੀਗਾ, ਹੁਣ ਕੋਈ ਬੋਨਸ ਨਹੀਂ ਮਿਲੇਗਾ। ਇਸੇ ਤਰ੍ਹਾਂ ਇੰਪਲਾਈ ਸਟੇਟ ਇੰਸ਼ੋਰੈਂਸ ਐਕਟ ਸੀਗਾ, ਉਹਦੀ ਜਗ੍ਹਾ ਕੋਈ ਆਯੁਸ਼ਮਾਨ ਭਾਰਤ ਕਾਰਡ ਲੈਂਦਾ ਹੈਗਾ ਫਾਰ BPL ਫੈਮਲੀਜ਼ ਓਨਲੀ, ਜਾਣੀ ਕਿ 100% ਉਹ ਵੀ ਖਤਮ ਹੋ ਗਿਆ ਹੈਗਾ। ਐਮਪਲਾਈਜ਼ ਕੰਪਨਸੇਸ਼ਨ ਐਕਟ ਅਮੈਂਡ ਕਰਤਾ ਗਿਆ। ਉਹ ਕੀ ਹੈਗਾ ਕਿ ਕਿਸੇ ਐਮਪਲਾਈ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਹੁੰਦੀ ਸੀ ਤਾਂ ਉਹ ਲੇਬਰ ਕੋਰਟ ਦੇ ਵਿੱਚ ਚਲਾ ਜਾਂਦਾ ਸੀਗਾ ਕਿ ਜੀ ਮੈਨੂੰ ਗਲਤ ਹਟਾ ਦਿੱਤਾ ਗਿਆ, ਮੇਰਾ ਐਕਸੀਡੈਂਟ ਹੋ ਗਿਆ, ਮੈਨੂੰ ਤਾਂ ਕੱਢ ਦਿੱਤਾ ਗਿਆ, ਅਪੰਗ ਹੋ ਗਿਆ ਤਾਂ ਕੱਢ ਦਿੱਤਾ ਗਿਆ, ਪਰ ਹੁਣ ਉਹ ਲੇਬਰ ਕੋਰਟਸ ਹੀ ਖਤਮ ਕਰਤੀਆਂ। ਨਾ ਰਹੇਗਾ ਬਾਂਸ ਨਾ ਵਜੇਗੀ ਬਾਂਸਰੀ। ਸੋ ਇਸ ਤਰੀਕੇ ਦੇ ਨਾਲ ਜਿਹੜੇ ਇਹ ਐਕਟ ਹੈਗੇ ਆ ਇਹ ਸਾਰੇ ਲੇਬਰ ਦੇ ਸੰਬੰਧ ਦੇ ਵਿੱਚ ਚੇਂਜ ਕੀਤੇ ਗਏ ਆ, ਤੇ ਜਿਹਦੇ ਕਰਕੇ ਆਪਣਾ ਕਿਰਤੀ ਕਿਸਾਨ, ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਕਿਰਤੀਆਂ ਦੀ ਗੱਲ ਕੀਤੇ ਬਿਨਾਂ ਕਿਸਾਨ ਵੀ ਜਿਹੜਾ ਹੈਗਾ ਆਪਣਾ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਜਿਹੜਾ ਫਾਰਮ ਦੇ ਉੱਤੇ ਲੇਬਰ ਕਰਦਾ ਆ, ਲੈਂਡਲੈਸ ਹੈ,
ਉਹ ਵੀ ਫਾਰਮਰ ਦੀ ਡੈਫੀਨੀਸ਼ਨ ਚ ਆਉਂਦਾ ਹੈਗਾ। ਸੋ ਅਸੀਂ ਇਕੱਲਾ ਜ਼ਮੀਨ ਵਾਲੇ ਫਾਰਮਰ ਦੀ ਗੱਲ ਨਾ ਕਰੀਏ, ਅਸੀਂ ਉਹ ਲੋਕੀ ਜਿਹੜੇ ਜ਼ਮੀਨ ਤੇ ਡਿਪੈਂਡੈਂਟ ਹੈ ਅਸੀਂ ਉਹਨਾਂ ਦੀ ਵੀ ਗੱਲ ਕਰੀਏ। ਕਿਉਂਕਿ ਮੈਂ ਦੇਖਿਆ ਜੋ ਸਟੱਡੀਜ਼ ਹੋਈਆਂ ਹੈਗੀਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਟੱਡੀ ਕੀਤੀ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਸਟੱਡੀ ਕੀਤੀ ਹੈ, 50% ਤੋਂ 1% ਉੱਪਰ ਜਾਂ ਨੀਚੇ ਜਿੱਥੇ ਕਿਸਾਨ ਸੁਸਾਈਡ ਕਰਦਾ ਉੱਥੇ ਲੇਬਰ ਵੀ ਸੁਸਾਈਡ ਕਰਦੀ ਆ, ਉਹਨਾਂ ਦੀ ਵੀ ਹਾਲਾਤ ਬਿਹਤਰ ਨਹੀਂ ਹੈਗੀ। ਸੋ ਇਸ ਕਰਕੇ ਅਸੀਂ ਉਹਨਾਂ ਦਾ ਵੀ ਸਾਥ ਨਾਲ ਲੈਣਾ ਹੈਗਾ, ਤਾਂ ਅਸੀਂ ਉਹਨਾਂ ਦੀ ਵੀ ਗੱਲ ਕਰਨੀ ਹੈ। ਸੋ ਅਸੀਂ ਬਾਕੀ ਜੋ ਆਪਣਾ ਮੈਂ ਸਮਝਦਾ ਹੈਗਾ ਕਿਸਾਨਾਂ ਦੇ ਜਿਹੜੇ ਲਾਅ ਪਾਸ ਕੀਤੇ ਹੈਗੇ ਆ, ਇਹ ਟੋਟਲੀ ਡਰੈਕੋਨੀਅਨ ਲਾਅ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਤਾਂ ਇਹਦੇ ਵਿੱਚ ਆਪਣਾ ਪਿੱਛੇ ਜੇ ਕੋਈ ਜੱਜਮੈਂਟ ਆਈ ਸੀ ਸੁਪਰੀਮ ਕੋਰਟ ਦੀ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਸੁਪਰੀਮ ਕੋਰਟ ਡਜ਼ ਨਾਟ ਸਟੇ ਦਾ ਇੰਪਲੀਮੈਂਟੇਸ਼ਨ ਆਫ ਪਾਰਲੀਮੈਂਟਰੀ ਲਾਜ਼, CAA ਐਂਡ UAPA ਵਰ ਨਾਟ ਸਟੇਟ। ਕਈ ਲੋਕੀ ਸਲਾਹ ਦਿੰਦੇ ਆ ਕਿ ਵੀ ਕਿਸਾਨਾਂ ਨੂੰ ਚਲੇ ਜਾਣਾ ਚਾਹੀਦਾ, ਅਦਾਲਤ ਵਿੱਚ ਚਲੇ ਜਾਣਾ ਚਾਹੀਦਾ। ਮੈਂ ਸਮਝਦਾ ਕਿ ਆਪਾਂ ਇੱਥੇ ਜਿੰਨੇ ਬੈਠੇ ਹੈਗੇ ਆ, ਭਾਵੇਂ ਆਪਣਾ ਸਾਰੇ ਆਪਣੇ ਆਪਣੇ ਬਹੁਤ ਵਧੀਆ ਕੈਰੀਅਰ 'ਚ ਬਹੁਤ ਹੀ ਸਾਡੇ ਸਤਿਕਾਰਯੋਗ ਅਫਸਰ ਬੈਠੇ ਆ, IAS IPS ਹੋਰ ਬਹੁਤ ਸਾਰੇ, ਪਰ ਕਿਸਾਨ ਸਾਡੇ ਨਾਲੋਂ ਬਹੁਤ ਸਿਆਣਾ ਹੈ। ਉਹਨੂੰ ਪਤਾ ਹੈਗਾ ਕਿ ਸਾਨੂੰ ਅਦਾਲਤਾਂ ਵਿੱਚੋਂ ਕੁਝ ਨਹੀਂ ਮਿਲਣਾ, ਇਸ ਕਰਕੇ ਉਹ ਅਦਾਲਤਾਂ ਦੇ ਕੋਲ ਨਹੀਂ ਜਾ ਰਿਹਾ। ਸੋ ਸਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਕਿ ਜੋ ਤੂੰ ਕਰ ਰਿਹਾ ਭਾਈ ਸਹੀ ਹੈ, ਜਿੰਨਾ ਅਸੀਂ ਤੈਨੂੰ ਸਪੋਰਟ ਕਰ ਸਕਦੇ ਹਾਂ ਅਸੀਂ ਤੇਰੇ ਨਾਲ। ਇਸ ਤੋਂ ਬਾਅਦ ਇੱਕ ਕਮਲੇਸ਼ਵਰ ਸਿੰਘ, ਸਟੇਟ ਆਫ ਬਿਹਾਰ ਵਰਸਸ ਕਮਲੇਸ਼ਵਰ ਸਿੰਘ, ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆਈ ਸੀ। ਉਹਨਾਂ ਨੇ ਇਹ ਕਿਹਾ ਸੀਗਾ, ਕਈ ਵਾਰੀ ਕੋਰਟ ਕਰਨਾ ਪੈਂਦਾ, ਉਹ ਅੱਛੀਆਂ ਜੱਜਮੈਂਟਸ ਵੀ ਹੁੰਦੀਆਂ, ਅੱਛੇ ਜੱਜ ਸਾਹਿਬਾਨ ਵੀ ਹੁੰਦੇ ਆ। ਉਹਨਾਂ ਨੇ ਕਿਹਾ ਕਿ ਆਪਣਾ ਡਾਕਟਰਾਈਨ ਆਫ ਕਲਰੇਬਲ ਲੈਜਿਸਲੇਸ਼ਨ ਵਿਚ ਮੀਨਸ you cannot do indirectly what you cannot do directly। ਤੁਹਾਨੂੰ ਇਨਡਾਇਰੈਕਟਲੀ ਵੀ ਨਹੀਂ ਕਰਨਾ ਚਾਹੀਦਾ ਜੋ ਤੁਸੀਂ ਡਾਇਰੈਕਟਲੀ ਨਹੀਂ ਕਰ ਸਕਦੇ, ਇਨਡਾਇਰੈਕਟਲੀ ਨਹੀਂ ਕਰਨਾ ਚਾਹੀਦਾ। ਕਹਿਣ ਤੋਂ ਭਾਵ ਇਹ ਹੈਗਾ ਆ ਕਿ ਜਿਹੜੀ ਐਗਰੀਕਲਚਰ ਹੈ ਇਟ ਇਜ਼ ਏ ਸਟੇਟ ਸਬਜੈਕਟ। ਇਹਨੂੰ ਫੂਡ ਸਟੱਫ ਦੇ ਵਿੱਚ ਲਿਆ ਕੇ ਜੋ ਤੁਸੀਂ ਲਾਅ ਪਾਸ ਕੀਤੇ ਹੈਗੇ ਆ, ਇਹ 100% ਗਲਤ ਹੈ। ਇਹਦੇ ਬਾਰੇ ਸਾਨੂੰ ਕੋਈ ਡਾਊਟ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਮੈਂ ਫਿਨਿਸ਼ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਪੰਜਾਬ ਦੇ ਹੀ ਇੱਕ ਇਕੋਨੋਮਿਸਟ ਹੈ, ਐਗਰੀਕਲਚਰ ਇਕੋਨੋਮਿਸਟ ਹੈ, ਰਮੇਸ਼ ਚੰਦ। ਉਹਨਾਂ ਦੇ ਨਾਲ ਇੱਕ ਅਸ਼ੋਕ ਦਲਵਈ ਸੀਗੇ, ਉਹਨਾਂ ਦੀ ਇੱਕ ਕਮੇਟੀ ਸਰਕਾਰ ਨੇ ਬਣਾਈ ਔਰ ਉਹਨਾਂ ਨੇ ਆਪਣਾ ਸਰਕਾਰ ਨੂੰ ਇੱਕ ਰਿਕਮੈਂਡੇਸ਼ਨ ਦਿੱਤੀ ਕਿ ਜਿਹੜਾ ਆਪਣਾ ਐਗਰੀਕਲਚਰ ਹੈ ਇਹਨੂੰ ਆਪਣਾ ਕੰਕਰੈਂਟ ਲਿਸਟ ਵਿੱਚ ਪਾ ਲਿਆ ਜਾਵੇ। ਪਰ 2015 ਦੇ ਵਿੱਚ ਗਵਰਨਮੈਂਟ ਨੇ ਲੋਕ ਸਭਾ ਦੇ ਵਿੱਚ ਕਿਹਾ ਕਿ ਸਾਡਾ ਕੋਈ ਇਰਾਦਾ ਨਹੀਂ ਹੈ ਐਗਰੀਕਲਚਰ ਨੂੰ ਆਪਣਾ ਇਹਦੇ ਵਿੱਚ ਕੰਕਰੈਂਟ ਲਿਸਟ ਵਿੱਚ ਲੈ ਕੇ ਆਉਣ ਦਾ। ਪਰ ਇਸ ਦੇ ਬਾਵਜੂਦ ਵੀ ਜੋ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ। ਤੇ ਮੈਂ ਲਾਸਟ ਵਿੱਚ ਆਪਣਾ ਗੁਰੂ ਰਵਿਦਾਸ ਜੀ ਦਾ ਬਾਣੀ ਦੇ ਵਿੱਚੋਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਾਨੂੰ ਕੀ ਕਿਹਾ ਹੈਗਾ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੋ ਸਭ ਸੰਗ ਬਸੇ, ਰਵਿਦਾਸ ਰਹੇ ਪ੍ਰਸੰਨ। ਆਪਣੇ ਸਾਰਿਆਂ ਦੇ ਵਾਸਤੇ ਮੈਂ ਦੁਸ਼ਯੰਤ ਕੁਮਾਰ ਜੀ ਦੇ ਕਵਿਤਾ ਦੀਆਂ 2 ਲਾਈਨਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ। ਹੋ ਗਈ ਹੈ पीर पर्वत सी, पिघलना चाहिए इस हिमालय से कोई गंगा निकलनी चाहिए, आज ये दीवार पर्दों की तरह हिलने लगी। किसान अंदोलन है जो है दीवारां जड़ियां पर्दे की तरह हिल रही हैं। शर्त लेकिन थी कि ये बुनियाद हिलनी चाहिए। हर सड़क पर, हर गली में, हर नगर, हर गांव में हाथ लहराते हुए हर लाश हिलनी चाहिए। सिर्फ हंगामा खड़ा करना मेरा मकसद नहीं, सारी कोशिश है कि ये सूरत बदलनी चाहिए। मेरे सीने में नहीं तो तेरे सीने में सही, हो कहीं भी आग लेकिन आग जलनी चाहिए। बहुत बहुत धन्यवाद। थैंक यू।